two-part questions. Two-part questions, IELTS writing task. सो बेसिकली ਇਹਦੇ ਵਿੱਚ ਹੈਗਾ ਕੀ ਹੈ ਕਿ ਤੁਹਾਡੇ ਕੋਲੇ ਨਾ ਦੋ ਡਾਇਰੈਕਟ ਕੁਐਸਚਨ ਮਾਰਕਸ ਹੋਣਗੇ, ਠੀਕ ਹੈ। ਫੋਰ ਐਗਜ਼ਾਮਪਲ ਉਹਨਾਂ ਨੇ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ, ਸਟੇਟਮੈਂਟ ਦੇ ਵਿੱਚ ਦੇ ਕੈਨ ਆਸਕ ਦੈਟ ਵਾਟ ਆਰ ਦਾ ਰੀਜ਼ਨਸ, ਉਹ ਪਾਰਟਿਕੂਲਰ ਚੀਜ਼ ਦੇ ਕੀ ਰੀਜ਼ਨਸ ਨੇ ਐਂਡ ਵਾਟ ਕੁਡ ਬੀ ਦਾ ਸੋਲੂਸ਼ਨਸ। ਸੋ ਜਨਰਲੀ ਇਹ ਬਹੁਤ ਫ੍ਰੀਕੁਐਂਟ ਟਾਈਪ ਆ ਸੋਲੂਸ਼ਨਸ ਵਾਲੀ ਤੇ ਉਹਦੇ ਰੀਜ਼ਨਸ ਐਂਡ ਉਹਦੇ ਸੋਲੂਸ਼ਨਸ ਆ, ਜਾਂ ਫਿਰ ਉਹ ਪੁੱਛ ਸਕਦੇ ਆ ਕਿ ਕਾਜ਼ਿਸ ਕੀ ਨੇ ਤੇ ਉਹਦੇ ਅੱਗੇ ਫਰਦਰ ਸੋਲੂਸ਼ਨਸ ਕੀ ਨੇ। ਸੋ ਇਹ ਦੋ ਟਾਈਪਸ ਨੇ ਜਿਹੜੀਆਂ ਫਸਟ ਦੇ ਵਿੱਚ ਤੁਹਾਨੂੰ ਆ ਸਕਦੀਆਂ ਨੇ। ਇਹਦੇ ਤੋਂ ਇਲਾਵਾ ਦੂਜੀ ਟਾਈਪ ਕਿਹੜੀ ਆ, ਉਹ ਪੁੱਛ ਸਕਦੇ ਆ what are the reasons, is it a positive or negative development। ਇਹ ਬਹੁਤ ਈਜ਼ੀ ਹੁੰਦੀ ਆ ਆਹ ਜਿਹੜੀ ਟਾਈਪ ਹੈ ਇਹਨੂੰ ਰਿਕੋਗਨਾਈਜ਼ ਕਰਨਾ, ਬਿਕਾਜ਼ ਡਾਇਰੈਕਟਲੀ ਦੋ ਕੁਐਸਚਨ ਮਾਰਕ ਹੁੰਦੇ ਆ। ਸੋ ਜਦੋਂ ਡਾਇਰੈਕਟਲੀ ਦੋ ਕੁਐਸਚਨ ਮਾਰਕ ਆ, ਤੁਹਾਨੂੰ ਪਤਾ ਹੈ ਇੱਕ ਕੁਐਸਚਨ ਮਾਰਕ ਦਾ ਆਨਸਰ ਇੱਕ ਬੋਡੀ ਪੈਰਾਗ੍ਰਾਫ 'ਚ, ਦੂਜੇ ਕੁਐਸਚਨ ਦਾ ਆਨਸਰ ਦੂਜੀ ਬੋਡੀ ਪੈਰਾਗ੍ਰਾਫ ਦੇ ਵਿੱਚ। ਜਿਹੜਾ ਇਹ ਟਾਈਪ ਆ ਇਹ ਆਲਵੇਜ਼ ਐ ਨਹੀਂ ਹੁੰਦਾ, ਇਟ ਕੁਡ ਬੀ ਲਾਈਕ ਵਾਟ ਆਰ ਦ ਰੀਜ਼ਨਸ ਐਂਡ ਕੋਰਸਪੋਂਡਿੰਗ ਸੋਲਿਊਸ਼ਨਸ ਫॉर ਦਿਸ ਪ੍ਰੋਬਲਮ। ਇਹ ਵੀ ਹੋ ਸਕਦਾ ਉਹ ਐਵੇਂ ਲਿਖ ਸਕਦੇ ਆ ਵਾਈ ਇਜ਼ ਦਿਸ ਐਂਡ ਵਾਟ ਆਰ ਦਾ ਸੋਲਿਊਸ਼ਨਸ, ਠੀਕ ਹੈ। ਮੀਨਸ ਉਹ ਤੁਹਾਨੂੰ ਦੋ ਕੁਐਸਚਨਸ ਇੱਕੋ ਸੈਂਟੈਂਸ 'ਚ ਵੀ ਪੁੱਟ ਕਰ ਸਕਦੇ ਆ, ਅਲੱਗ-ਅਲੱਗ ਵੀ ਕਰ ਸਕਦੇ ਆ। ਸੋ ਬੇਸਿਕਲੀ ਤਾਂ ਹੀ ਇਹਨੂੰ ਕਹਿੰਦੇ ਆ ਟੂ ਪਾਰਟ ਕੁਐਸਚਨਸ, ਠੀਕ ਹੈ। ਹੁਣ ਜਿਹੜਾ ਬੇਸਿਕ ਰੂਲ ਆ, ਸਭ ਤੋਂ ਪਹਿਲਾਂ ਜੇ ਆਪਾਂ ਹੁਣ ਆਪਣੇ ਸਟਰਕਚਰ ਦੀ ਗੱਲ ਕਰੀਏ, ਸਟਰਕਚਰ ਇਨ ਦਾ ਸੈਂਸ ਜੇ ਆਪਾਂ ਸੀਸੀ ਕੋਹੇਜਨ ਐਂਡ ਕੋਹਰੈਂਸ ਵਧਾਉਣੀ ਆ ਆਪਣੀ, ਤੇ ਆਪਾਂ ਕੀ ਕਰਾਂਗੇ, ਇੰਟਰੋਡਕਸ਼ਨ ਦਾ ਰੂਲ ਉਹੀ ਰਹਿਣਾ ਹੈ ਸੇਮ, ਕਿ ਆਪਾਂ ਪਹਿਲਾਂ ਕੀ ਲਿਖਣੀ ਆ, ਪੈਰਾਫਰੇਜ਼ਿੰਗ ਕਰਨੀ ਆ। ਐਂਡ ਪਲੀਜ਼ ਬੱਚਿਓ, ਤੁਹਾਡੇ ਵਿੱਚੋਂ ਕਾਫੀ ਸਾਰੇ ਸਟੂਡੈਂਟਸ ਨੇ ਹੂ ਹੈਵ ਸਟਾਰਟਿਡ ਐਡਿੰਗ ਬੈਕਗਰਾਊਂਡ ਸਟੇਟਮੈਂਟ, ਪਲੀਜ਼ ਡੋਂਟ ਡੂ ਦੈਟ, ਓਕੇ। ਉਹ ਬਹੁਤ ਵੇਕ ਲੱਗਦੀ ਆ, ਇਟਸ ਨॉट ਇੰਪੋਰਟੈਂਟ, ਇਟ ਲੁਕਸ ਮੈਮੋਰਾਈਜ਼ਡ, ਤੇ ਆਪਾਂ ਨੂੰ ਪਤਾ ਹੈ ਵੀ ਆਪਣੀ ਰਾਈਟਿੰਗ ਸ਼ੀਟ ਦੇ ਵਿੱਚ ਨੀਚੇ ਜਿੱਥੇ ਐਗਜ਼ਾਮੀਨੇਸ਼ਨ ਦੇ ਰਿਮਾਰਕ ਵਾਲਾ ਏਰੀਆ ਉੱਥੇ ਮੈਮੋਰਾਈਜ਼ਡ ਦੀ ਨੈਗੇਟਿਵ ਮਾਰਕਿੰਗ ਆ, ਠੀਕ ਹੈ। ਸੋ ਅਵੋਇਡ ਦੈਟ, ਬੀ ਟੂ ਦ ਪੁਆਇੰਟ, ਪੈਰਾਫਰੇਜ਼ਿੰਗ ਡਾਇਰੈਕਟ ਕਰਨੀ ਹੈ, ਠੀਕ ਹੈ। ਫਿਰ ਨੈਕਸਟ ਕੀ ਹੁੰਦੀ ਹੈ ਆਪਣੀ ਆਨਸਰਿੰਗ ਲਾਈਨ। ਸੋ ਆਨਸਰਿੰਗ ਲਾਈਨ ਦੇ ਵਿੱਚ ਕੀ ਆ, ਜਿਵੇਂ ਦਾ ਕੁਐਸਚਨ ਉਵੇਂ ਦੀ ਆਨਸਰ ਲਾਈਨ ਸ਼ੁਰੂ ਹੋਊਗੀ। ਫੋਰ ਐਗਜ਼ਾਮਪਲ ਕੁਐਸਚਨ ਕਹਿੰਦਾ ਹੈ ਵਟ ਆਰ ਦਾ ਰੀਜ਼ਨਸ, ਮੈਨੂੰ ਬੁੱਕ ਲਿਓ ਕੁਝ। ਹੁਣ ਜਿਹੜੀ ਆਪਣੀ ਆਹ ਵਾਲੀ ਬੁੱਕ ਆ, ਇਸ ਬੁੱਕ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਆ ਉਹ ਕਹਿੰਦਾ ਹੈ ਆਲ ਓਵਰ ਦ ਵਰਲਡ, ਸਾਰੀ ਦੁਨੀਆ ਦੇ ਵਿੱਚ, ਆਲ ਓਵਰ ਦ ਵਰਲਡ, ਕਮਾ ਸੋਸਾਇਟੀਜ਼ ਆਰ ਫੇਸਿੰਗ ਅ ਗਰੋਇੰਗ ਪ੍ਰੋਬਲਮ ਵਿਦ ਓਬੈਸਿਟੀ। ਵੀ ਜਿਹੜੀਆਂ ਸੁਸਾਇਟੀਜ਼ ਨੇ ਉਹ ਫੇਸ ਕਰ ਰਹੀਆਂ ਨੇ ਵੱਧ ਰਹੀ ਇੱਕ ਪ੍ਰੋਬਲਮ, ਕਿਹੜੀ, ਓਬੈਸਿਟੀ ਦੀ। ਓਬੈਸਿਟੀ ਕੀ ਹੁੰਦਾ, weight gain, ਠੀਕ ਆ, ਮੋਟਾਪਾ। ਦਿਸ ਪ੍ਰੋਬਲਮ ਅਫੈਕਟਸ ਬੋਥ ਚਿਲਡਰਨ ਐਂਡ ਅਡਲਟ, ਠੀਕ ਹੈ। ਤੇ ਇਹ ਜਿਹੜੀ ਪ੍ਰੋਬਲਮ ਆ ਇਹ ਅਫੈਕਟ ਕਰਦੀ, ਇੱਥੇ ਏ ਵਾਲਾ ਇਫੈਕਟ ਇਫ ਯੂ ਨੋਟਿਸ। ਸੋ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਇਫੈਕਟ ਤੇ ਅਫੈਕਟ 'ਚ ਕੀ ਫਰਕ ਆ, ਓਕੇ। ਸੋ ਕਹਿੰਦੇ ਕਿ ਇਹ ਜਿਹੜੀ ਪ੍ਰੋਬਲਮ ਆ ਇਫੈਕਟ ਕਰ ਰਹੀ ਆ ਬੱਚਿਆਂ ਨੂੰ ਵੀ ਤੇ ਅਡਲਟਸ ਨੂੰ। ਵਟ ਆਰ ਦਾ ਰੀਜ਼ਨਸ ਫॉर ਦਿਸ ਰਾਈਜ਼ ਇਨ ਓਬੈਸਿਟੀ, ਕੀ ਰੀਜ਼ਨ ਆ ਕਿ ਓਬੈਸਿਟੀ ਵੱਧ ਰਹੀ ਆ। ਹਾਊ ਕੁਡ ਇਟ ਬੀ ਟੈਕਲਡ, ਤੇ ਇਹਨੂੰ ਟੈਕਲ ਕਿਵੇਂ ਕੀਤਾ ਜਾ ਸਕਦਾ। ਟੈਕਲ ਮਤਲਬ ਇਹਨੂੰ ਸਾਹਮਣਾ ਕਿਵੇਂ ਕੀਤਾ ਜਾ ਸਕਦਾ, ਮਤਲਬ ਉਹ ਕੀ ਪੁੱਛ ਰਿਹਾ, ਇਹਦੇ ਸੋਲਿਊਸ਼ਨਸ। ਵੈਰੀ ਗੁੱਡ, ਠੀਕ ਹੈ। ਸੋ ਇੱਕ ਗੱਲ ਕਲੀਅਰ ਹੋ ਗਈ ਵੀ ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਕੀ ਆਨਸਰ ਕਰਨਾ ਹੈ, ਵੀ ਰੀਜ਼ਨਸ ਕੀ ਨੇ, ਦੂਜੇ ਦੇ ਵਿੱਚ ਆਪਾਂ ਆਨਸਰ ਕਰਨਾ ਹੈ ਕਿ ਸੋਲਿਊਸ਼ਨਸ ਕੀ ਨੇ। ਗॉट ਇਟ। ਸੋ ਇਹ ਕਿਹੜੀ ਟਾਈਪ ਹੁੰਦੀ ਆ, ਟੂ ਪਾਰਟ ਕੁਐਸਚਨ ਹੁੰਦਾ ਹੈ। ਸੋ ਜੇ ਹੁਣ ਆਪਣਾ ਉਹਨੇ ਪੁੱਛਿਆ ਵਟ ਆਰ ਦ ਰੀਜ਼ਨਸ ਫॉर ਦਿਸ ਰਾਈਜ਼ ਇਨ ਓਬੈਸਿਟੀ, ਤੇ ਆਪਾਂ ਨੂੰ ਦੋ ਸਿੱਧੇ ਕਾਰਨ ਪਤਾ ਚੱਲਦੇ ਆ। ਦ ਵੈਰੀ ਫਸਟ ਇਜ਼ ਈਟਿੰਗ ਅ ਲੋਟ ਆਫ ਜੰਕ ਫੂਡ, ਠੀਕ ਹੈ। ਉਹ ਸੈਕਿੰਡ ਲੈਕ ਆਫ ਐਕਸਰਸਾਈਜ਼। ਇਹ ਦੋ ਡਾਇਰੈਕਟ ਰੀਜ਼ਨਸ ਨੇ ਜਿਹੜੇ ਅੱਜ ਕੱਲ ਹਰੇਕ ਬੱਚੇ ਨੂੰ ਪਤਾ ਹੈ, ਐਵਰੀਬਡੀ ਨੋਜ਼ ਅਬਾਊਟ ਥੀਸ ਟੂ ਰੀਜ਼ਨਸ। ਹੁਣ ਤੁਹਾਡੀ ਅਟੈਂਪਟ ਕੀ ਹੋ ਸਕਦੀ ਹੈ ਪੁੱਤ, ਇਹਨੂੰ ਅਟੈਂਪਟ ਕਰਨ ਦਾ ਤਰੀਕਾ ਜਿਹੜਾ ਰੀਜ਼ਨਸ ਐਂਡ ਸੋਲਿਊਸ਼ਨ ਵਾਲਾ ਐਸੇ ਆ that we will okay discuss it later, ਪਹਿਲਾਂ ਆਪਾਂ ਆਨਸਰਿੰਗ ਲਾਈਨ ਤੇ ਹੀ ਆਉਣੇ ਆ।
सो आंसरिंग लाइन ते की आ सकता है कि आपां हुण पहला रीजन देना भी रीजन, सो इट कुड बी लाइक व्हाट आर द रीजन ते आंसर किवें होगा consumption of junk food is the main cause. However, limiting this eating and following an active lifestyle is the appropriate solution. So basically मैं की किया एक लाइन बनाई, ठीक है, ये एवें भी लिख सकते सीगे the main reason behind this problem is consumption of junk food, comma however, क्योंकि हुण आपां प्रॉब्लम की गल नहीं कंटिन्यू कर रहे, आपां उहदे दूजे फेस की गल करन लगे हां, एक पासे प्रॉब्लम आ दूजे पासे सोल्यूशन आ। सो आपां उत्थे कोहेजन एंड कोहेरेंस नूं वधाउण वास्ते आपां की कनैक्ट यूज कीता however, ओके। सो however जे उस चीज़ नूं लिमिट कीता जाए कंजम्पशन नूं, बिकॉज इट डजंट मीन जे कोई वंस अ मंथ जंक फूड खा भी रहा, इट डजंट मीन कि पर्सन ओबीस हो जाऊगा, मोटा हो जाऊगा, ओके। ओबीस मोटा होना मतलब ओबीस होना, ओबेसिटी मोटापा होना, ठीक है। सो की है कि जे उन्होंने लिमिट कर दे तो थोड़ा एक्टिव लाइफस्टाइल करे। एक्टिव लाइफस्टाइल मीनस थोड़िया बहुत एक्सरसाइज करनिया, लाइक 10 मिनट्स इन द मॉर्निंग। इट डजंट मीन कि बच्चा जिम जान लग जाए या कुछ समथिंग लाइक दैट, इट जस्ट मीनस कि थोड़ा बहुत एक्टिव लाइफस्टाइल हो जाए। एम आई क्लीयर? पक्का पता चल गया? सो एवें आपां आंसरिंग लाइन लिखनी है, अपनी थीसिस लाइन आपां एवें लिखांगे। गॉट इट? समझ लग गई है? सो हुण नैक्सट आ जाओ अटैम्प्ट दे उत्ते। हुण जिहड़ी अटैम्प्ट है इस टाइप दे एसेस दी, ਉਹ ਕਿਵੇਂ ਹੁੰਦੀ ਹੈ ਬੱਚੇ? ਦੋ ਤਰੀਕੇ ਨੇ, ਦੋਨੋਂ ਤਰੀਕੇ ਜਿਹੜੇ ਆ ਤੁਹਾਡੇ ਫਾਈਨਲ ਆਹ ਜਿਹੜੀ ਤੁਹਾਨੂੰ ਰਾਈਟਿੰਗ ਦੀ ਬੁੱਕ ਇੰਸਟੀਚਿਊਟ ਵੱਲੋਂ ਮਿਲੀ ਆ ਉਹਦੇ ਵਿੱਚ ਹੈਗੇ ਆ। ਪਹਿਲਾ ਤਰੀਕਾ ਕੀ ਆ ਕਿ ਆਪਾਂ ਨੂੰ ਪਤਾ ਆਪਾਂ ਦੋ ਬੋਡੀ ਪੈਰਾਗ੍ਰਾਫਸ ਲਿਖਣੇ ਆ, BP1 ਐਂਡ BP2। ਈਜ਼ੀ ਤੇ ਗੁੱਡ ਜਦੋਂ ਤੁਹਾਨੂੰ ਲੱਗੇ ਵੀ ਮੈਨੂੰ ਤੇ ਕਲਾਸ ਦੇ ਵਿੱਚ ਐਟਮੋਸਟ 6.5 ਨੰਬਰ ਮਿਲਦੇ ਆ। ਐਟਮੋਸਟ ਦੇ ਵਿੱਚ ਮਤਲਬ ਪਤਾ ਕੀ ਹੈ ਵੀ 10 ਦਿਨਾਂ ਵਿੱਚੋਂ 3 दिन 6.5, बाकी 7 दिन 6, मतलब यू आर नॉट इवन श्योर अबाउट 6.5, देन गो फॉर द फर्स्ट अप्रोच, क्योंकि ये विच गलती होने के चांसिस, कोहेजन एंड कोहेरेंस नूं घट होने के चांसिस बहुत घट ने। फॉर एग्जाम्पल बॉडी पैराग्राफ 1 च सिर्फ की एक्सप्लेन कर दो, रीजनस, ठीक है। बॉडी पैराग्राफ 2 च एक्सप्लेन कर दो दे सॉल्यूशंस, ओके। सो यही की अपनी फर्स्ट अप्रोच, बट इट डजंट मीन कि जे किसी ने एवें ऐसे लिखिया तो वो 7 नहीं आ सकते, जो 7.5 नहीं आ सकते, 8 नहीं आ सकते, एवें नहीं आ सकते आ। बस यही आ भी थोड़ी सिंपलर फॉर्म आ, तो जे तुसी सिंपल लिख रहे हो तो इट मीनस दैट नाउ यू हैव टू वर्क ऑन योर लैक्सिकल रिसोर्सिस, ग्रामैटिकल रेंज, थोनू वो दो चीज़ां स्ट्रोंग करनियां पैणगियां। गेटिंग माई पॉइंट? ठीक है। ये हैगी अपनी पुत फर्स्ट टेक्नीक। दूजी टेक्नीक की कहती आ कि बॉडी पैराग्राफ 1 दे विच एक रीजन लिखो, ओदे नाल ही सॉल्यूशन, जिहो जिहा रीजन आ ओहो जिहा सॉल्यूशन। मान लो रीजन तुसी लिखिया कंजम्पशन ऑफ जंक फूड इज द मेन रीजन, सॉल्यूशन की होगा अवॉइड रेगुलर कंजम्पशन ऑफ जंक फूड। और की हो सकता है the student, the person who is facing the problem of obesity, he or she must stop eating the fast food at least for a month, ठीक है। once the person is in the normal weight, then he or she can begin it, but the consumption should be limited, ठीक है। मतलब वो फिर दोबारा शुरू कर सकता, बट ये नहीं भी उन्ना ही शुरू कर दे, फिर थोड़ा लिमिट च खावे। सो मतलब एक रीजन देता, पहला उस रीजन नूं एक्सप्लेन किया थोड़ा जिहा भी रीजन की है। लोगों को अजकल टाइम नहीं हैगा, पीपल आर नॉट हैविंग टाइम टू कुक ऑर्गेनिक एंड ऑर्गेनिक फूड एट होम, सो दे परचेज रेडी मील्स। तो रेडी मील्स दे विच की हुंदा, जिहड़ी आपां घरे आपां कोई दाल बनाउने आ, कोई सब्जी बनाउने आ, दैट इज़ लाइक परफेक्टली कुकड, देयर इज़ नो मच ऑयल
but if you are purchasing it from any restaurant or any dhaba, then it would be like oil ਦਾ content बहुत ज़्यादा ਹੁੰਦਾ ਹੈ। there are lot of spices in that, बहुत सारे मसाले भी पाਉਂਦੇ ਆ, ਉਹ ਸਾਰੀਆਂ ਚੀਜ਼ਾਂ ਕੀ ਨੇ, unhealthy ਨੇ, ਐਂਡ ਇਹੀ ਕੰਜ਼ੰਪਸ਼ਨ ਆ ਜਿਹੜੀ ਆਪਾਂ ਨੂੰ obese ਬਣਾ ਦਿੰਦੀ ਆ। getting it? ਸੋ ਉਹਨੂੰ ਥੋੜਾ ਜਿਹਾ ਐਕਸਪਲੇਨ ਕਰਕੇ however ਪਾ ਕੇ ਉਹਦੇ ਫੇਜ਼ ਜ਼ਰੂਰ ਚੇਂਜ ਕਰਨਾ ਹੈ। once you have explained your first part of the problem, that is reason, ਹੁਣ ਉਹਨੂੰ ਜਦੋਂ solution ਲਾਉਣਾ ਹੈ ਤੇ ਉਹ ਜਿਹਾ connector ਵੀ ਲਾਉਣਾ। however on the contrary, nevertheless ਐਵੇਂ ਕਰ ਸਕਦੇ ਹਾਂ, ਠੀਕ ਹੈ। ਤੇ ਦੂਜੇ ਬੋਡੀ ਪੈਰਾਗ੍ਰਾਫ ਚ second reason plus second solution। so second reason ਤੁਸੀਂ ਕਹਿ ਦਿਓ unactive lifestyle, people are following sedentary lifestyle। sedentary lifestyle बहुत सोहना word है to use when it comes to these type of sedentary lifestyle ਦਾ ਕੀ ਮਤਲਬ ਹੁੰਦਾ ਹੈ, sitting jobs, ਠੀਕ ਹੈ, ਜਿਹੜੇ ਬੈਠ ਕੇ ਕਰਨ ਵਾਲੇ ਕੰਮ ਹੁੰਦੇ ਆ। ਲੋਕੀ ਅੱਜ ਕੱਲ੍ਹ ਬੜਾ ਐਕਟਿਵ ਨਹੀਂ ਹੈਗੇ, ਫਿਜ਼ੀਕਲ ਜੌਬਸ ਘੱਟ ਨੇ, ਸਾਰੀਆਂ ਆਫਿਸ ਜੌਬਸ ਹੁੰਦੀਆਂ ਨੇ। ਸੋ ਜਿਹੜੇ ਆਫਿਸ ਗੋਅਰਸ ਹੁੰਦੇ ਆ ਉਹਨਾਂ ਦਾ ਵੀ weight ਇਨਕਰੀਜ਼ ਹੁੰਦਾ ਰਹਿੰਦਾ। ਗੈਟਿੰਗ ਇਟ? ਸੋ ਟੈਕਨੀਕਸ ਸਮਝ ਆ ਗਈਆਂ। ਹੁਣ ਮੈਂ ਤੁਹਾਨੂੰ ਇਹਦੀ ਪਹਿਲੀ ਅਪਰੋਚ ਦੀ ਵਧੀਆ ਚੀਜ਼ ਦੱਸਦੀ ਹਾਂ, ਇੱਥੇ ਕੋਹੇਜਨ ਐਂਡ ਕੋਹਰੈਂਸ ਕਿੰਨੀ ਸਟਰੋਂਗ ਹੋ ਸਕਦੀ ਆ। ਫॉर ਐਗਜ਼ਾਮਪਲ ਜਦੋਂ ਵੀ ਆਪਾਂ ਨਾਓ ਵੀ ਆਰ ਅਗੇਨ ਡਿਸਕਸਿੰਗ ਫਸਟ ਅਪਰੋਚ, ਜਿਹੜਾ ਬੋਡੀ ਪੈਰਾਗ੍ਰਾਫ 1 ਆ ਕੱਲਾ ਰੀਜ਼ਨਸ ਆ, ਇਹਨੂੰ ਆਪਾਂ ਕੀ ਲਿਖ ਸਕਦੇ ਆ, ਸ਼ੁਰੂ ਕਿੱਥੋਂ ਕਰ ਸਕਦੇ ਆ, ਦ ਮੇਨ ਰੀਜ਼ਨ ਇਜ਼ ਓਵਰ ਕੰਜ਼ੰਪਸ਼ਨ ਆਫ ready meals। ओके, जंक फूड भी कह सकते हो, फास्ट फूड भी कह सकते हो, रेडी मील्स भी कह सकते हो, ठीक है। रेडी मील्स भी बहुत सारे प्रिजर्वेटिव्स होंगे। द मेन रीजन इज ओवर कंजम्पशन ऑफ रेडी मील्स, ठीक है। रेडी मील्स विच बहुत सारे प्रिजर्वेटिव्स होंगे आ ਜਿਹੜੇ ਉਹਨੂੰ लॉन्ग लाइफ प्रोवाइड ਕਰਦੇ, ठीक है। सो वो भी मील ज़्यादा नहीं खाना चाहिए ਜਿਹੜਾ रेडी होके आया होंगे, जिवें आपां रेडी मील्स लियाउने आ, बस फ्राई करना होंगे, खा लो, ठीक है। सो दोज टाइप ऑफ मील्स एज वेल। सो एवें एक्सप्लेन करता उन्होंने, एक स्टार्टिंग होगी। सो स्टार्टिंग कुड बी लाइक डैश, फिर उन्होंने फर्दर तो थोड़ा पता ही है हाउ वी राइट बॉडी पैराग्राफ्स, ठीक है। हुण दूजा मान लो बॉडी पैराग्राफ 2 सॉल्यूशंस वाला शुरू करना है। बेस्ट कनेक्टर किया, टैकलिंग दिस इशू इनवॉल्व्स, वेरी गुड, जिन्होंने भी याद सीगा डैश। Tackling this issue involves limiting eating fast food। Getting it? So जिवें दी problem उवें दा solution, जहो जिहा reason ओहो जिहा solution। ये चीज़ दा ध्यान रखना, because this is really very important when it comes to cohesion and coherence। तुसीं reason लिख रहे हो over consumption of ready meals, solution लिख रहे हो ਉਹਦੇ correspondingly doing exercise, doing yoga is the viable solution। no, yoga करी जाओ, exercise करी जाओ, उधरों खाई जाओ, कोई फर्क नहीं पैना। so ਜਿਹੋ ਜਿਹਾ cause, ਜਿਹੋ ਜਿਹਾ reason, ਉਹੋ ਜਿਹਾ ਆਪਣਾ ਕੀ ਹੋਊਗਾ, solution ਹੋਊਗਾ। clear है बच्चों? so this is like band 8 starting, tackling this issue involves, ठीक है। रीजन थोनों मैं दस देनी है। ग्रामेटिकल स्ट्रक्चर बहुत इंपॉर्टेंट है। दिस मीन्स इट इज लिंकिंग विद द प्रीवियस पैराग्राफ। कोहेजन एंड कोहेरेंस बैंड 9 हो रही है, तुसी डायरेक्ट आप द पॉइंट लिखोगे, टी आर बैंड 9 हो रही है। सो दैट्स व्हाट ਆਪਾਂ 4 ਪੈਰਾਮੀਟਰਸ ਪੂਰੇ ਕਰਨੇ ਸੀਗੇ, ਉਹ ਆਪਾਂ ਕਰ ਲਏ। ਗੈਟਿੰਗ ਇਟ? ਸਮਝ ਲੱਗ ਗਈ? ਸੋ ਇਹ ਪਹਿਲੇ ਬੋਡੀ ਪੈਰਾਗ੍ਰਾਫ ਜੇ ਆਪਾਂ ਪਹਿਲੀ ਟੈਕਨੀਕ ਵਰਤਦੇ ਆ, ਜੇ ਦੂਜੀ ਟੈਕਨੀਕ ਵਰਤਦੇ ਆ, ਵੀ ਹੈਵ ਟੂ ਐਕਟ ਅਕੋਰਡਿੰਗਲੀ, ठीक है। तो ये ਜਿਹੜੀਆਂ 2 ਅਟੈਂਪਟਸ ਨੇ, ਇਹਨਾਂ ਦੋਵਾਂ ਅਟੈਂਪਟਸ ਦਾ ਸੈਂਪਲ ਤੁਹਾਡੀ ਬੁੱਕ ਦੇ ਵਿੱਚ ਆ, ਦੋਨੋਂ ਬੈਂਡ 8+ ਸੈਂਪਲਸ ਨੇ, ਡੈਮ ਸ਼ੋਰ, ਠੀਕ ਹੈ। ਉਹਨਾਂ ਨੂੰ ਪੜ੍ਹ ਲਓ ਇੱਕ ਵਾਰੀ, ਯੂ ਵਿਲ ਗੈਟ ਟੂ ਨੋ। ਸੋ ਹੁਣ ਆ ਜਾਓ ਸੈਕਿੰਡ ਟਾਈਪ ਤੇ, ਇਹ ਈਜ਼ੀ ਵਾਲੀ ਹੈ, ਠੀਕ ਹੈ। ਇਹ ਵੀ 50% ਉਨੇ ਹੀ ਚਾਂਸਿਸ ਇਸ ਟਾਈਪ ਆਉਂਦੇ ਆ ਜਿੰਨੇ ਚਾਂਸ ਆਪਣੀ ਦੂਜੀ ਟਾਈਪ ਆਉਂਦੇ ਆ। ਸੋ ਦੂਜੀ ਟਾਈਪ ਕਿਹੜੀ ਸੀਗੀ ਆਪਣੀ, ਕੀ ਹੁੰਦਾ ਉਹਦੇ ਵਿੱਚ, डायरेक्ट 2 क्वेश्चंस होंगे, ठीक है। व्हाट आर द रीजंस, इज इट पॉजिटिव और नेगेटिव डेवलपमेंट, व्हाट आर द कॉजेस, इज इट पॉजिटिव और नेगेटिव डेवलपमेंट। सो पहला तो इंट्रो पता ही आपां नूं किवें पैराफ्रेजिंग, सो दूजी आंसरिंग लाइनां,
ठीक है। सो आंसरिंग लाइन मान लो इत्थे लिखा यही सेम ही क्वेश्चन है, ये बस यही करता व्हाट आर द रीजन एंड इज इट अ पॉजिटिव और नेगेटिव डिवेलपमेंट, तो आपां नूं पता है डेफिनेटली ओबेसिटी की है नेगेटिव डिवेलपमेंट है, बिकॉज ओबेसिटी इज द रूट टू अदर क्रॉनिक डिसीजेज। बाकी जिन्नियां क्रॉनिक डिसीजेज हुंदियां ने सारियां दा रीजन ही ओबेसिटी, ओबेसिटी इज द रूट कॉज ऑफ एवरी हेल्थ इशू, ठीक है। एवरी, चलो गलत हो जाएगा, इट वुड बी लाइक मोस्ट ऑफ द इशूज, 90% ਜਿਹੜੀਆਂ डिसीजेज ने द रीजन की ਹੁੰਦਾ ਹੈ ओबेसिटी ही ਹੁੰਦੀ ਹੈ। गेटिंग इट। सो ਆਪਾਂ ਕੀ ਲਿਖਾਂਗੇ ਇੰਟਰੋ ਦੇ ਵਿੱਚ ਆਪਾਂ ਉਹੀ ਲਿਖਤਾ द मेन रीजन इज ओवर कंजम्पशन ऑफ डैश कॉमा एंड आई थिंक इट इज नॉट अ वेलकमिंग ट्रेंड since obesity has been proved to be the main reason behind other chronic health issues। ठीक है, आप रीजन भी देखता, जे तुसी इन्ना लम्बा नहीं भी लिखना, तुसी सिंपल ये भी लिख सकते हो सिंस इट लीड्स टू अदर हेल्थ इश्यूज, बस ये भी हो सकता। गेटिंग इट। सो जिवें दा क्वेश्चन उवें दा ही सोल्यूशन होगा। एंड प्लीज़ आई एम अगेन सेइंग यू, मैं जिन्नियां भी कॉपीज चेक कर रही हाँ, थोड़े विचों हैगे आ हजे भी 1% स्टूडेंट्स हु आर नॉट अंडरस्टैंडिंग द फैक्ट कि थोड़ी क्वेश्चन स्टेटमेंट भावें 3 सेंटेंसिस च होवे भावें 4 सेंटेंसिस च होवे, प्लीज़ तुसी 2 सेंटेंसिस ही बनाने आ। Okay, and I again remind you, do not use the phrase that this essay will discuss both the views and will give my opinion in the upcoming paragraph. This is a memorized line। ठीक है, मैं आज थोड़े नाल ग्रुप दे विच वो कर दूंगी, वीडियो शेयर कर दूंगी, ठीक है। स्टॉप कर दूंगी, ठीक है।